ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਲੋਕਨ ਕਹਿਓ ਮਹਾ ਅਜਮਤੀ, ਤਿਸ ਤੇ ਕਾਰ ਕਰਾਬਤ ਅਤੀ। ਲੋਕਨ ਕਹਿਓ ਮਹਾ ਅਜਮਤੀ, ਤਿਸ ਤੇ ਕਾਰ ਕਰਾਬਤ ਅਤੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਬੰਦਨਾ ਕੋ ਲੇਤੀ ਬੰਦਤਾ ਕੋ ਦੇਤ ਜਨ, ਪ੍ਰੀਤ ਲੇਤ ਦੈਤ ਹੈ ਪ੍ਰਤੀਤ ਸੁਖ ਸੇਤ ਹੈ। ਪਾਉ ਔਰ ਲੇਤੀ ਬਡੋ ਪਰ ਪਾਉ ਦੇਤ ਆਪ, ਨਿਰਗੁਣ ਪਦ ਦੇਤ ਗੁਣ ਦੇਖ ਲੇਤ ਹੈ। ਥੋੜੀ ਜਿਹੀ ਭੇਟ ਲੇਤ ਜਮ ਕੀਆ ਭੇਟ ਦੇਤ, ਸਤਿਗੁਰ ਨਾਨਕ ਜੀ ਕਰ ਨਾਨਕੇਤ ਹੈ। ਹੰਤਾ ਲੇਤ ਦਾਸਨ ਕੀ ਅੰਗ ਬ੍ਰਹਮ ਦੇਤ ਔਰ, मान लेत चरण में मुकुत को देत है। ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸੱਚ ਹੋਈ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੇ ਨੇੜੇ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ। ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਬਿਰਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵਿਸ਼ਲ ਪਤਤ ਪਾਵਨ ਦੀਨਾ ਬੰਧੂ ਤਿੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਬਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ। ਦੀਨ ਦੁਨੀਆ ਦੇ ਮਾਲਕ ਨੇ ਕਾਫੀ ਟਾਈਮ ਭਾਈ ਡੱਲਾ ਚੌਧਰੀ ਜਿਹੜੇ ਇਸ ਇਲਾਕੇ ਦੇ ਮਾਲਕ ਬਣੇ ਹੋਏ ਸਨ, ਸਾਬੋ ਕੀ ਤਲਵੰਡੀ, ਜਿਸ ਨੂੰ ਅੱਜ ਆਪਾਂ ਸਾਰੇ ਬੜੇ ਸਤਿਕਾਰ ਦੇ ਨਾਲ ਤਖਤ ਸ੍ਰੀ ਦਮਦਮਾ ਸਾਹਿਬ ਦੇ ਨਾਂ 'ਤੇ ਯਾਦ ਕਰਦੇ ਹਾਂ। ਭਾਈ ਡੱਲੇ ਚੌਧਰੀ ਨੇ ਸਤਿਗੁਰੂ ਜੀ ਦੀ ਗੁਰ ਸਿੱਖਾਂ ਦੇ ਸਮੇਤ ਬੜੀ ਸੇਵਾ ਕੀਤੀ ਹੈ। ਜਿਨ੍ਹਾਂ ਨੂੰ ਵੀ ਮਹਾਰਾਜ ਦੇ ਆਉਣ ਦਾ ਪਤਾ ਲੱਗੀ ਜਾਂਦਾ ਹੈ, ਜੋ ਵੀ ਪਿੰਡਾਂ ਨਗਰਾਂ ਦੇ ਵਿੱਚ ਬਸਣ ਵਾਲੇ ਪ੍ਰੇਮੀ ਹਨ, ਉਹਨਾਂ ਨੇ ਵੀ ਜਥਾ ਜੋਗ ਸਤਿਗੁਰੂ ਜੀ ਦੇ ਚਰਨਾਂ 'ਚ ਆਪੋ ਆਪਣੀਆਂ ਭੇਟਾਵਾਂ ਲਿਆ ਕਰਕੇ ਅਰਪਣ ਕੀਤੀਆਂ ਸਨ। ਭਾਈ ਭਗਤੂ ਦੀ ਜਿਹੜੀ ਬੰਸ ਉਹ ਅੱਗੇ ਤੋਂ ਅੱਗੇ ਬਹੁਤ ਜ਼ਿਆਦਾ ਵੱਧ ਚੁੱਕੀ ਸੀ। ਭਾਈ ਗੌਰਾ ਜੀ ਇਹ ਵੀ ਇਹਨਾਂ ਦੇ ਕੁਲ ਦੇ ਵਿੱਚ ਹੀ ਪੈਦਾ ਹੋਏ ਸਨ। ਭਾਈ ਭਗਤੂ ਦੇ ਪੋਤਰਿਆਂ ਨੇ ਵੀ ਆ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਪਰ ਜਿਹੜੇ ਸੀ ਇਹਨਾਂ ਦੀ ਕੁਲ 'ਚੋਂ ਭਾਈ ਦਿਆਲ ਦਾਸ ਜੀ, ਉਹਨਾਂ ਨੇ ਨਾ ਸਤਿਗੁਰੂ ਜੀ ਦੇ ਬਚਨ ਨਹੀਂ ਮੰਨੇ ਸਨ। ਇਲਾਹੀ ਦਾਤ ਲੈਣ ਤੋਂ ਇਨਕਾਰ ਕਰ ਦਿੱਤਾ। ਇਹ ਦੇ ਕਰਕੇ ਦੀਨ ਦੁਨੀਆ ਦੇ ਮਾਲਕ ਭਾਈ ਦਿਆਲ
ਦਾਸ ਜੀ ਦੇ ਉੱਪਰ ਕਾਫੀ ਨਾਰਾਜ਼ ਵੀ ਹੋ ਗਏ ਸਨ। ਦੂਸਰੀ ਸਾਈਡ 'ਤੇ ਭਾਈ ਜੀਵਨ ਦੀ ਜਿਹੜੀ ਕੁੱਲ ਹੈ, ਉਹਨਾਂ ਨੇ ਮਹਾਰਾਜ ਦੇ ਜਿਹੜੇ ਬਚਨ ਬੜੇ ਪ੍ਰੇਮ ਸਤਿਕਾਰ ਦੇ ਨਾਲ ਮੰਨ ਲਏ ਸਨ। ਉਹਨਾਂ ਨੂੰ ਸਤਿਗੁਰੂ ਜੀ ਨੇ ਖੰਡੇ ਵਾਟੇ ਦਾ ਅੰਮ੍ਰਿਤ ਛਕਾ ਕਰਕੇ ਨਾਮ ਵੀ ਆਪਣੀ ਰਸਨਾ ਤੋਂ ਇੱਕ ਦਾ ਭਾਈ ਰਾਮ ਸਿੰਘ ਤੇ ਦੂਜੇ ਦਾ ਭਾਈ ਫਤਿਹ ਸਿੰਘ ਰੱਖਿਆ ਸੀ। ਇਹਨਾਂ ਦੀ ਮਤਰੇ ਮਾਤੋਂ ਤੋਂ 2 ਪੁੱਤਰ ਹੋਰ ਪੈਦਾ ਹੋਏ, ਭਾਈ ਭਗਤੋ ਤੇ ਭਾਈ ਤਖਤੋ ਮੱਲ ਜੀ। ਇਹ ਜਿਹੜੀ ਭਾਈ ਭਗਤੋ ਦੇ ਕੁੱਲ ਸਤਿਗੁਰੂ ਜੀ ਦੀ ਰਹਿਮਤ ਦਾ ਸਦਕਾ ਬਹੁਤ ਜ਼ਿਆਦਾ ਚਾਰੇ ਪਾਸੇ ਇਲਾਕੇ 'ਚ ਵੱਧ ਚੁੱਕੀ ਸੀ। ਸਤਿਗੁਰੂ ਰਾਏ ਸਾਹਿਬ ਜੀ ਮਹਾਰਾਜ ਨੇ ਜਦੋਂ ਦੇਖਿਆ ਵੀ ਆ ਭਾਈ ਜੀਵਨ ਨੇ ਇੱਕ ਗਰੀਬ ਬ੍ਰਾਹਮਣ ਦਾ ਪੁੱਤ ਪੈਦਾ ਕਰਨ ਵਾਸਤੇ ਆਪਣੇ ਪ੍ਰਾਣ ਹੀ ਕੁਰਬਾਨ ਕਰ ਦਿੱਤੇ ਸਨ। ਪਰੇ ਦਰਬਾਰ ਦੇ ਵਿੱਚ ਮਹਾਰਾਜ ਦੇ ਪਾਸ ਸਿਫਾਰਸ਼ਾਂ ਸਿਆਣੇ ਸਿਆਣੇ ਗੁਰਸਿੱਖਾਂ ਨੇ ਬੜੀਆਂ ਪਾਈ, ਮਹਾਰਾਜ ਕਿਰਪਾ ਕਰ ਦਿਓ। ਇਹ ਪਰੰਪਰਾ ਰੋ ਰੀਤੀ ਗੁਰੂ ਬਾਬਾ ਜੀ ਦੇ ਦਰ ਘਰ ਦੇ ਵਿੱਚ ਪਹਿਲਾਂ ਤੋਂ ਹੀ ਚਲੀ ਆ ਰਹੀ ਹੈ। ਇਹੋ ਜਿਹੀਆਂ ਬਰਕਤਾਂ ਰਹਿਮਤਾਂ ਇਹ ਤਾਂ ਗੁਰੂ ਕੇ ਸਾਹਿਬਜ਼ਾਦਿਆਂ ਦੇ ਵਿੱਚ ਵੀ ਪਾਈਆਂ ਜਾਂਦੀਆਂ ਸਨ। ਮੇਰੇ ਪੀਰ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਸਾਹਿਬਜ਼ਾਦੇ ਬਾਬਾ ਢਲ ਰਾਏ ਜੀ, ਉਹਨਾਂ ਨੇ ਵੀ ਆਪਣਾ ਜਿਹੜਾ ਨਾਲ ਖੇਡਣ ਵਾਲਾ ਸਾਥੀ ਗਲ ਦੇ ਵਿੱਚ ਪਾ ਕਰਕੇ ਖੁੰਡੀ ਕਹਿਣ ਲੱਗੇ, ਸੁੱਤਾ ਪਿਆ ਹੈ, ਹੁਣ ਸਾਡੀ ਬਾਜੀ ਕੌਣ ਉਤਾਰੂਗਾ। ਬਾਬਾ ਢਲ ਰਾਏ ਜੀ ਨੇ ਉਸ ਬੱਚੇ ਨੂੰ ਜਿਉਂਦਾ ਕੀਤਾ। ਇਹੋ ਜਿਹੀਆਂ ਜਿਹੜੀਆਂ ਰਹਿਮਤਾਂ ਬਖਸ਼ਿਸ਼ਾਂ ਸਤਿਗੁਰੂ ਜੀ ਦੇ ਲਾਲਾਂ ਦੇ ਵਿੱਚ ਵੀ ਪਾਈਆਂ ਜਾਂਦੀਆਂ ਸਨ। ਜਦੋਂ ਭਾਈ ਜੀਵਨ ਨੇ ਆਪਣੀ ਜ਼ਿੰਦਗੀ ਸਤਿਗੁਰੂ ਜੀ ਦਾ ਬਚਨ ਬੰਨ ਕਰਕੇ ਲੇਖਾ 'ਚ ਲਗਾਤੀ, ਇਹ ਦੇ ਕਰਕੇ ਸਤਿਗੁਰੂ ਰਾਏ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਵੀ ਇਹਦੀ ਕੁੱਲ ਇਹਦੀ ਜਿਹੜੀ ਬੰਸ ਕਈ ਪਿੰਡਾਂ ਦੇ ਵਿੱਚ ਵੱਧ ਕਰਕੇ ਵਸਣੀ ਹੈ। ਭਾਈ ਗੌਰਾ ਜੀ ਦਾ ਪਰਿਵਾਰ ਤਾਂ ਕੋਈ ਜ਼ਿਆਦਾ ਨਹੀਂ ਵਧਿਆ ਸੀ, ਪਰ ਜਿਹੜੀ ਹੈ ਭਾਈ ਜੀਵਨ ਦੀ ਕੁੱਲ ਬੰਸ ਇਹ ਤਾਂ ਕਈ ਨਗਰਾਂ ਕਈ ਪਿੰਡਾਂ ਦੇ ਵਿੱਚ ਫੈਲ ਚੁੱਕੇ ਸਨ। ਭਾਈ ਤਖਤੂ ਭਾਈ ਬਖਤੂ ਇਹਨਾਂ ਨੇ ਵੀ ਸਤਿਗੁਰੂ ਜੀ ਦਾ ਦਰਸ਼ਨ ਕੀਤਾ। ਇੱਕ ਭਾਈ ਗੋਦੜੀਆ ਜੀ, ਇਹਨਾਂ ਦੀ ਜਿਹੜੀ ਬਿਰਤੀ ਹਰ ਵਕਤ ਭਗਵਾਨ ਦੇ ਸਿਮਰਨ ਦੇ ਨਾਲ ਹੀ ਜੁੜੀ ਰਹਿੰਦੀ ਸੀ। ਆਮ ਲੋਕਾਂ ਨੂੰ ਕੋਈ ਪਤਾ ਨਹੀਂ ਸੀ ਲੱਗਦਾ ਵੀ ਇਹ ਇਤਨੀ ਵੱਡੀ ਮਹਾਨ ਅਵਸਥਾ ਦੇ ਮਾਲਕ ਹਨ। ਜਿਹੜਾ ਵੀ ਭਾਈ ਗੋਦੜੀਆ ਨੂੰ ਬਾਹ ਤੋਂ ਪਕੜ ਕਰਕੇ ਕੋਈ ਕੰਮ 'ਤੇ ਲਗਾ ਦਿੰਦਾ, ਭਾਈ ਗੋਦੜੀਆ ਜੀ ਨੇ ਸਾਰਾ ਦਿਨ ਉਹਨਾਂ ਦਾ ਬੈਠ ਕਰਕੇ ਕੰਮ ਕਰੀ ਜਾਣਾ। ਜਿੱਥੇ ਵੀ ਕਿਸੇ ਨੇ ਲਗਾ ਦਿੱਤਾ ਸੀ, ਨਾ ਕਦੇ ਭੁੱਖ ਨਾ ਪਿਆਸ ਦੀ ਪਰਵਾਹ ਕਰਦੇ ਸਨ। ਹਰ ਵਕਤ ਬਸ ਆਪਣੀ ਜਿਹੜੀ ਬਿਰਤੀ ਹੈ ਉਹਨੂੰ ਅੰਤਰਮੁਖ ਕਰਕੇ ਹੀ ਰੱਖਿਆ ਕਰਦੇ ਸਨ। ਇੱਕ ਦਿਨ ਭਾਈ ਜੀਵਨ ਜੀ ਕਿਸੇ ਵਿਚਾਰੇ ਗਰੀਬ ਜ਼ਿਮੀਂਦਾਰ ਨੂੰ ਝੁੜਕਾ ਮਾਰ ਕੇ ਉਹਨੂੰ ਕੁੱਟਣ ਲੱਗ ਪਏ। ਭਾਈ ਗੋਦੜੀਆ ਜੀ ਕਹਿਣ ਲੱਗੇ, ਕਾਹਨੂੰ ਐਵੇਂ ਵਾਧੂ ਦਾ ਇਸ ਗਰੀਬ ਜ਼ਿਮੀਂਦਾਰ ਨੂੰ ਤੂੰ ਕਰ ਰਿਹਾ ਹੈ। ਇਹਨੇ ਗੁੱਸੇ ਦੇ ਵਿੱਚ ਆ ਕੇ ਭਾਈ
ਗੋਦੜੀਏ ਜੀ ਦਾ ਲੱਤ ਮਾਰਤੀ ਵੀ ਤੈਨੂੰ ਕੀ ਪਤਾ ਹੈ? ਅਸੀਂ ਤਾਂ ਆਪਣੇ ਨੌਕਰਾਂ ਤੋਂ 100 ਤਰ੍ਹਾਂ ਦੇ ਕੰਮ ਕਰਵਾਉਣੇ ਹਨ। ਇਹ ਸੁਣ ਕਰਕੇ ਭਾਈ ਗੋਦੜੀਆ ਜੀ ਦੀ ਰਸਨਾ ਤੋਂ ਸੁਤੇ ਸਿੱਧੀ ਵਚਨ ਨਿਕਲਿਆ ਵੀ ਤੁਸੀਂ ਇਹ ਰਾਜ ਭਾਗ ਪ੍ਰਾਪਤ ਕਰਕੇ ਬੜੇ ਹੰਕਾਰ ਦੇ ਨਾਲ ਆਫਰ ਚੁੱਕੇ ਹੋ। ਬਚਨ ਕਰਨ ਦੀ ਦੇਰ ਸੀ, ਨਾਲ ਹੀ ਹੋ ਜਿਹਾ ਉਹ ਫਾਰਾ ਪੈਦਾ ਹੋ ਗਿਆ ਭਾਈ ਜੀਵਨ ਦੇ ਪੇਟ ਦੇ ਅੰਦਰ। ਬਥੇਰੀਆਂ ਦਵਾਈਆਂ ਬੂਟੀਆਂ ਖਾਧੀਆਂ ਪਰ ਕਾਹਨੂੰ ਆਰਾਮ ਆਉਂਦਾ ਹੈ। ਕਿਸੇ ਨੇ ਦੱਸਿਆ ਵੀ ਇਹ ਤਾਂ ਤੈਨੂੰ ਭਾਈ ਗੋਦੜੀਆ ਜੀ ਨੇ ਬਚਨ ਕਰਤੇ। ਉਸ ਸਮੇਂ ਭਾਈ ਗੌਰਾ ਜੀ ਮਸਾ ਬੇਨਤੀਆਂ ਕਰਕੇ ਇਹਨਾਂ ਨੂੰ ਜਦੋਂ ਆਪਣੇ ਭਰਾਤਾ ਦੇ ਪਾਸ ਲੈ ਕਰਕੇ ਆਏ, ਭਾਈ ਗੋਦੜੀਆ ਜੀ ਨੇ ਮਾੜਾ ਜਿਹਾ ਆਪਣਾ ਹੱਥ ਜਿਹੀ ਪੇੜ ਦੇ ਉੱਪਰ ਫੇਰਿਆ ਤੇ ਨਾਲ ਦੀ ਨਾਲ ਪਤਾ ਹੀ ਲੱਗਿਆ ਵੀ ਫਾਰੇ ਦਾ ਜਿਹੜਾ ਰੋਗ ਕਿੱਧਰ ਨੂੰ ਚਲਿਆ ਗਿਆ ਹੈ। ਇੱਕ ਦਿਨ ਫਿਰ ਇਹਨਾਂ ਨੇ ਚੱਕੀ ਪੀਣ ਤੇ ਬਿਠਾ ਦਿੱਤਾ। ਭਾਈ ਗੋਦੜੀਆ ਜੀ ਨੇ ਜਿਉਂ ਫੜਿਆ ਚੱਕੀ ਦਾ ਜਿਹੜਾ ਡੰਡਾ ਸੀ, ਸਾਰਾ ਦਿਨ ਘਰ ਦੇ ਵਿੱਚ ਬੈਠ ਕਰਕੇ ਇਹਨਾਂ ਦਾ ਅੰਨ ਹੀ ਪੀਸੀ ਗਏ ਸਨ। ਪਰ ਜਦੋਂ ਭਾਈ ਗੌਰਾ ਜੀ ਨੇ ਦੇਖਿਆ ਵੀ ਤਾਂ ਸਾਡੇ ਘਰ ਦੀ ਸੇਵਾ ਕਰਦਿਆਂ ਨੇ ਬੜੀਆਂ ਬਰਕਤਾਂ ਸ਼ਕਤੀਆਂ ਪ੍ਰਾਪਤ ਕਰ ਲਈਆਂ ਹਨ, ਇਹ ਤਾਂ ਸਾਡੇ ਨਾਲੋਂ ਵੀ ਬੜਾ ਅੱਗੇ ਵੱਧ ਚੁੱਕੇ ਹੈ। ਉਸੇ ਵਕਤ ਇਹਨਾਂ ਨੇ ਹੱਥ ਜੋੜ ਤੇ ਭਾਈ ਗੋਦੜੀਆ ਜੀ ਦੇ ਅੱਗੇ ਵੀ ਅਸੀਂ ਤਾਂ ਨਹੀਂ ਤੁਹਾਨੂੰ ਆਪਣੇ ਪਾਸ ਰੱਖ ਸਕਦੇ, ਜਿੱਥੇ ਤੁਹਾਡੀ ਮੌਜ ਹੈ ਉੱਥੇ ਆਪਣਾ ਵਿਚਰ ਸਕਦੇ ਹੋ। ਬੜੇ ਹੋ ਜੇ ਕੌਤਕ ਭਾਈ ਗੋਦੜੀਆ ਜੀ ਨੇ ਆਪਣੀ ਮੌਜ ਦੇ ਵਿੱਚ ਆ ਕਰਕੇ ਵਰਤਾਏ ਸੀ। ਜਦੋਂ ਇਹ ਇਹਨਾਂ ਦੇ ਘਰੋਂ ਤਾਂ ਉਸ ਸਮੇਂ ਵਾਪਸ ਆ ਗਏ, ਰਾਹ ਦੇ ਵਿੱਚ ਜਾਂਦਿਆਂ ਇੱਕ ਕਿਸਾਨ ਨੇ ਭਾਈ ਗੋਦੜੀਆ ਜੀ ਦੀ ਫੜ ਕਰਕੇ ਬਾਹ ਇਹਨਾਂ ਨੂੰ ਆਪਣੀ ਫਸਲ ਕੱਟਣ ਦੇ ਉੱਪਰ ਲਗਾ ਦਿੱਤਾ ਸੀ। ਸਾਰਾ ਦਿਨ ਬਸ ਉਹਨਾਂ ਦੀ ਫਸਲ ਹੀ ਕੱਟੀ ਗਏ ਸਨ। ਇਤਿਹਾਦਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਹਨ। ਆਪਣੇ ਮਨਾਂ ਨੂੰ ਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਲੋਕਨ ਕਹਿਓ ਮਹਾ ਅਜਮਤੀ। ਉਸ ਸਮੇਂ ਲੋਕਾਂ ਨੇ ਉਸ ਜ਼ਿਮੀਂਦਾਰ ਨੂੰ ਸਮਝਾਇਆ ਵੀ ਇਹਨਾਂ ਨੂੰ ਕਿਤੇ ਆਮ ਕੋਈ ਪੁਰਾਣੀ ਨਾ ਮਨ ਦੇ ਵਿੱਚ ਸਮਝ ਬੈਠੀ, ਇਹ ਤਾਂ ਕੋਈ ਬਹੁਤ ਕਰਾਮਾਤ ਸ਼ਕਤੀ ਵਾਲੇ ਮਹਾਂਪੁਰਖ ਨੇ, ਤੂੰ ਇਹਨਾਂ ਨੂੰ ਆਪਣੀ ਆ ਫਸਲ ਵੱਢਣ ਦੇ ਉੱਪਰ ਲਗਾਇਆ ਹੋਇਆ। ਤਿਸ ਤੇ ਕਾਰ ਕਰਾਬਤ ਅਤੀ। ਤੇ ਸਾਰਾ ਦਿਨ ਕੰਮ ਤਾਂ ਕਰਾ ਲਿਆ ਪਰ ਹੁਣ ਤੱਕ ਖਾਣ ਪੀਣ ਦੀ ਕੋਈ ਖਬਰ ਸਾਰ ਨਹੀਂ ਲਈ ਹੈ। ਅਜ ਹੋ ਪੇ ਤਿਸ ਕੋ ਦਦੀ ਕੁਲਬ ਹੋ। ਜਦੋਂ ਇਹ ਜ਼ਿਮੀਂਦਾਰ ਵੀ ਬੜਾ ਦੁਖੀ ਹੋ ਗਿਆ, ਕਹਿਣ ਲੱਗੇ ਜੇ ਵੀ ਮੌਕਾ ਹੈ ਇਹਨਾਂ ਮਹਾਂਪੁਰਖਾਂ ਦੀ ਦਹੀਂ ਵਗੈਰਾ ਛਕਾ ਕਰਕੇ ਖੁਸ਼ੀ ਪ੍ਰਾਪਤ ਕਰ ਲੈ, ਫਿਰ ਤੇਰੇ ਦੁੱਖ ਵੀ ਸ਼ਾਇਦ ਦੂਰ ਹੋ ਸਕਦੇ ਹਨ। ਹੱਥ ਜੋੜ ਬੇਨਤੀ ਬਖਸ਼ਾਬ ਹੋ। ਇਹਨਾਂ ਦੇ ਅੱਗੇ ਹੱਥ ਜੋੜ ਕਰਕੇ ਆਪਣੀ ਕੀਤੀ ਹੋਈ ਗਲਤੀ ਭੁੱਲ ਨੂੰ ਬਖਸ਼ਾ ਲੈਣੀ। ਫਿਰ ਕੋਈ ਪਤਾ ਨਹੀਂ ਜਿਉਂ ਜੇ ਬਚਨ ਦੀ ਰਸਨਾ ਤੋਂ ਨਿਕਲ ਗਏ ਉਹ ਫਿਰ ਸਦਾ ਵਾਸਤੇ ਅਟਾਲੀ ਹੋ ਜਾਣੇ ਹਨ। ਚਾਟ ਮਾਤ ਦਦ ਮਿਰਚਾਂ ਪਾਈ। ਜਦੋਂ ਇਹ ਜ਼ਿਮੀਂਦਾਰ
ਭਾਈ ਗੋਦੜੀਆ ਜੀ ਨੂੰ ਆਪਣੇ ਘਰ ਦੇ ਵਿੱਚ ਲੈ ਗਿਆ ਵੀ ਮੈਂ ਇਹਨਾਂ ਨੂੰ ਖਿਚੜੀ ਛਕਾ ਕਰਕੇ ਤ੍ਰਿਪਤ ਕਰ ਦੇਣਾ ਹੈ। ਪਰ ਆਗੇ ਸਭ ਦਈ ਖਵਾਈ। ਪਰ ਜਿਹੜੀ ਸੀ ਇਹਦੀ ਮਾਤਾ, ਉਹਨੇ ਨਾ ਖਿਚੜੀ ਦੇ ਵਿੱਚ ਬਹੁਤ ਜ਼ਿਆਦਾ ਹੀ ਪਾ ਕਰਕੇ ਮਿਰਚਾਂ ਬੜੀ, ਜਿਵੇਂ ਕਹਿੰਦੇ ਵੀ ਕਰਾਰੀ ਕਰ ਦਿੱਤੀ ਸੀ। ਬਹੁਤ ਚਰ ਭਰੀ ਖਾਏ ਕਰ ਗਾਈ। ਭਾਈ ਗੋਦੜੀਆ ਜੀ ਮਿਰਚਾਂ ਭਾਵੇਂ ਬਹੁਤ ਜ਼ਿਆਦਾ ਸਨ, ਉਸੇ ਤਰ੍ਹਾਂ ਇਹਨਾਂ ਦੀ ਜਿਹੜੀ ਖਿਚੜੀ ਤਿਆਰ ਕੀਤੀ ਹੋਈ ਸਾਰੀ ਛਕ ਗਏ ਸਨ। ਸਰਪ ਖਾਈ ਤਤ ਛੰਤੋ ਜਮਾਈ। ਅਚਾਨਕੀ ਕਹਿ ਲਗੇ ਮਾਤਾ ਤੇਰੇ ਲੜ ਜੇ ਸੱਪ, ਇਤਨੀਆਂ ਮਿਰਚਾਂ ਥੋੜੋ ਖਿਚੜੀ ਦੇ ਵਿੱਚ ਪਾਈਂਦੀਆਂ ਹਨ। ਰਾਤ ਬਿਖੈ ਦੋਨੋਂ ਮਰ ਗਈ। ਰਾਤੋਂ ਰਾਤ ਮਾਂ ਤੇ ਪੁੱਤ ਦੋਵਾਂ ਦੀ ਮੌਤ ਹੋ ਗਈ। ਜਦੋਂ ਭਾਈ ਗੋਦੜੀਆ ਜੀ ਨੇ ਬਚਨ ਕੀਤੇ ਸੀ, ਰਾਤ ਉਠਿਓ ਕਿਤੋਂ ਗਮ ਨਹੀਂ। ਦਿਨ ਚੜ੍ਹਦੇ ਨੂੰ ਭਾਈ ਗੋਦੜੀਆ ਜੀ ਆਪਣੀ ਮੌਤ ਦੇ ਵਿੱਚ ਕਿਸੇ ਹੋਰ ਨਗਰ ਦੇ ਵਿੱਚ ਚਲੇ ਗਏ ਸਨ। ਕੀਤਕ ਦਿਵਸਨ ਫਿਰ ਬਹੁਤ ਆਈ। ਕਈ ਰੋਜ਼ ਭਾਈ ਗੋਦੜੀਆ ਜੀ ਆਪਣੀ ਮੌਤ ਦੇ ਵਿੱਚ ਕਦੇ ਕਿਸੇ ਪਿੰਡ ਜਾਂ ਕਦੇ ਕਿਸੇ ਨਗਰ ਦੇ ਵਿੱਚ ਹੀ ਵਿਚਰਦੇ ਰਹੇ ਸਨ। ਘਰ ਪਹੁੰਚਿਓ ਪੁਨ ਸਹਿਜ ਸੁਬਾਈ। ਸੋਤੈ ਸਿੱਧ ਚਲਦਿਆਂ ਚਲਦਿਆਂ ਭਾਈ ਗੋਦੜੀਆ ਜੀ ਆਪਣੇ ਘਰ ਦੇ ਵਿੱਚ ਪਹੁੰਚ ਗਏ ਸੀ। ਜੋ ਕਹਿ ਦੀਤ ਸੋ ਕਾਰ ਕਮਾਵੇ। ਪਰਿਵਾਰ ਦੇ ਮੈਂਬਰ ਵੀ ਜਿਹੜਾ ਕੰਮ ਕਹਿ ਦਿੰਦੇ ਨੇ ਜਵਾਬ ਕਦੇ ਦਿੱਤਾ ਨਹੀਂ। ਜਿਹੜਾ ਵੀ ਕੋਈ ਕਾਰਜ ਕਰਨ ਵਾਸਤੇ ਕਹਿ ਦਿੱਤਾ ਉਸੇ ਦੇ ਵਿੱਚ ਹੀ ਜੁਟ ਜਾਂਦੇ ਸਨ। ਜਪਜੀ ਪੜ੍ਹੈ ਗੁਰੂ ਗੁਰ ਧਿਆਵੇ। ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਹਿਰਦੇ ਦੇ ਵਿੱਚ ਵਸਾ ਕੇ ਹਰ ਵਕਤ ਸ੍ਰੀ ਜਪਜੀ ਸਾਹਿਬ ਦੇ ਜਾਪ ਭਾਈ ਗੋਦੜੀਆ ਜੀ ਅੰਦਰ ਹੀ ਕਰਦੇ ਰਹਿੰਦੇ ਸਨ। ਇੱਕ ਦਿਨ ਖੇਤ ਵਿਖੇ ਚੱਲ ਆਇਓ। ਇੱਕ ਦਿਨ ਚੱਲ ਕਰਕੇ ਭਾਈ ਗੋਦੜੀਆ ਜੀ ਆਪਣੇ ਖੇਤ ਦੇ ਵਿੱਚ ਪਹੁੰਚ ਗਏ ਨੇ। ਸਰਸੋਂ ਹੁਤੀ ਉਖਾਰਨ ਲਾਇਓ। ਹੁਣ ਇਹਨਾਂ ਦੇ ਪਰਿਵਾਰ ਨੇ ਖੇਤਾਂ ਦੇ ਵਿੱਚ ਸਰੋਂ ਵਗੈਰਾ ਬੀਜੀ ਹੋਈ ਸੀ। ਪੱਕਣ ਤੋਂ ਬਾਅਦ ਉਸ ਸਮੇਂ ਭਾਈ ਗੋਦੜੀਆ ਜੀ ਨੂੰ ਇਹਨਾਂ ਨੇ ਸਰੋਂ ਪੱਟਣ ਲਗਾ ਦਿੱਤਾ ਹੈ। ਮਿਲਿਓ ਸਾਧ ਬੋਝਿਓ ਕਿਆ ਕਰੇ। ਰਾਹ ਦੇ ਵਿੱਚ ਕਿਹੋ ਜਿਹੇ ਸਾਧੂ ਫਕੀਰ ਜਾਂਦਿਆਂ ਜਾਂਦਿਆਂ ਪੁੱਛਣ ਲੱਗੇ, ਭਾਈ ਗੋਦੜੀਆ ਜੀ ਆ ਤੁਸੀਂ ਆਪਣੇ ਖੇਤਾਂ ਦੇ ਵਿੱਚ ਕੀ ਕੰਮ ਧੰਦੇ ਕਰ ਰਹੇ ਹੋ? ਕਿਸ ਪਰਚੇ ਮਹਿ ਚਿਤ ਕੋ ਧਰੇ। ਤੁਹਾਡੇ ਚਿੱਤ ਦਾ ਜਿਹੜਾ ਪਰਚਾ ਕਿਸ ਦੇ ਵਿੱਚ ਜੁੜਿਆ ਹੋਇਆ ਹੈ? ਬੋਲਿਓ ਜਰਾ ਉਖਾਰੋਂ ਆਛੀ। ਉਸ ਸਮੇਂ ਭਾਈ ਗੋਦੜੀਆ ਜੀ ਕਹਿਣ ਲੱਗੇ ਵੀ ਹੁਣ ਮੈਂ ਆ ਜਿਹੜੀਆਂ ਜੜ੍ਹਾਂ ਚੰਗੀ ਤਰ੍ਹਾਂ ਹੀ ਪੁੱਟ ਕਰਕੇ ਰੱਖ ਦੇਣੀਆਂ ਹਨ। ਪੁਨ ਲਗ ਵੀ ਕਹੋ ਨਾਹਿਨ ਬਾਂਛੀ। ਇਹ ਜਿਹੜੀਆਂ ਦੁਬਾਰਾ ਜੜ੍ਹਾਂ ਦੁਨੀਆ ਦੇ ਵਿੱਚ ਨਹੀਂ ਲੱਗਣੀਆਂ ਹਨ। ਪੁੱਤਰ ਦਿਓ ਸਾਧ ਕੋ ਜਬੈ। ਜਦੋਂ ਇਹੋ ਜਿਹਾ ਉੱਤਰ ਭਾਈ ਗੋਦੜੀਆ ਜੀ ਨੇ ਆਪਣੀ ਮੌਤ 'ਚ ਉਸ ਸਾਧੂ ਫਕੀਰ ਮਹਾਤਮਾ ਨੂੰ ਆਪਣੇ ਵੱਲੋਂ ਦਿੱਤਾ ਸੀ ਵੀ ਇਹ ਤਾਂ ਮੈਂ ਆਪਣੇ ਘਰ ਦੀਆਂ ਜਿਹੜੀਆਂ ਜੜ੍ਹਾਂ ਹੀ ਪੁੱਟਣੀਆਂ ਸ਼ੁਰੂ ਕੀਤੀਆਂ ਹੋਈਆਂ ਹਨ। ਗਮਨ ਜਥੋ ਚਿਤ ਕੀਨ ਸਤਬੈ। ਉਹ ਜਿਹੜੇ ਸਾਧੂ ਮਹਾਤਮਾ ਤਾਂ ਬਚਨ ਬਿਲਾਸ ਕਰਕੇ ਆਪਣੇ ਅੱਗੇ ਨੂੰ ਤੁਰ ਗਏ ਸਨ। ਤ੍ਰੈ ਨੰਦਨ ਪੂਰਬ ਜਨਮਈ। ਭਾਈ ਗੋਦੜੀਏ ਜੀ ਦੇ ਘਰ ਦੇ ਵਿੱਚ ਪਹਿਲਾਂ ਹੀ ਜਿਹੜੇ 3 ਪੁੱਤਰ ਪੈਦਾ ਹੋ ਚੁੱਕੇ ਸੀ। ਪਾਏ ਬਚਨ ਤਬ ਸਭ ਮਰ ਗਈ। ਜਦੋਂ ਇਹਨਾਂ ਨੇ ਬਚਨ ਹੀ ਹੋ ਜੇ ਕਰਤੇ ਸਮਾਂ ਪਾ ਕੇ 3 ਹੀ ਮਰ ਗਏ ਸਨ। ਹਰਖ ਨ ਸ਼ੋਕ ਲੀਸ ਜਿਸ ਮਨ ਮੈਂ। ਜਿਨ੍ਹਾਂ ਦੇ ਮਨ ਦੇ ਵਿੱਚ ਹਰ ਕਸੋਗ ਜਾਗੈ ਨਹੀਂ। ਬੈਰੀ ਮੀਤ ਸਮਾਨ ਕਉ ਨਾਨਕ ਸੁਨ ਰੇ ਮਨਾ। ਮੁਕਤ ਤਾਏ ਤੈ ਜਾਨ। ਆਪਣੇ ਪੁੱਤਾਂ ਦੇ ਮਾਰਨ ਦਾ ਕੋਈ ਵੀ ਜਿਹੜੇ ਸ਼ੌਕ ਭਾਈ ਗੋਦੜੀਏ ਜੀ ਦੇ
ਮਨ ਦੇ ਵਿੱਚ ਪੈਦਾ ਨਹੀਂ ਹੋਇਆ ਸੀ। ਹੀਮ ਧੋਲ ਇੱਕ ਸਮ ਘਰ ਬਨ ਮੈਂ। ਤੈਸਾ ਸਵਰਨ, ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ, ਤੈਸੀ ਵਿਖ ਘਾਟੀ, ਜਿਨ੍ਹਾਂ ਦੀ ਦ੍ਰਿਸ਼ਟੀ ਦੇ ਵਿੱਚ ਮਿੱਟੀ ਤੇ ਸੋਨਾ ਇੱਕੋ ਸਮਾਨ ਹੋ ਚੁੱਕੇ ਸਨ। ਤੈਸਾ ਸਵਰਨ, ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ, ਤੈਸੀ ਵਿਖ ਘਾਟੀ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਿਹੜੇ ਬ੍ਰਹਮ ਗਿਆਨੀਆਂ ਦੇ ਲੱਛਣ ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਕਥਨ ਕੀਤੇ ਨੇ, ਇਹੋ ਜੀ ਜਿਹੜੀ ਬਿਰਤੀ ਇਹ ਭਾਈ ਗੋਦੜੀਆ ਜੀ ਨੇ ਧਾਰਨ ਕਰਕੇ ਰੱਖੀ ਹੋਈ ਹੈ। ਗੁਰ ਆਗਮਨ ਸੁਨਿਓ ਹਰਿ ਖਾਇਓ। ਜਦੋਂ ਭਾਈ ਗੋਦੜੀਆ ਜੀ ਨੂੰ ਲੱਗਿਆ ਪਤਾ ਵੀ ਦਸ਼ਮੇਸ਼ ਪਿਤਾ ਤਾਂ ਸਾਡੇ ਜੰਗਲ ਦੇ ਇਲਾਕੇ ਦੇ ਵਿੱਚ ਪਹੁੰਚੇ ਹੋਏ ਹਨ, ਗੁਰ ਆਗਮਨ ਸੁਨਿਓ ਹਰਿ ਖਾਇਓ। ਸੁਣ ਕਰਕੇ ਇਹਨਾਂ ਦੇ ਮਨ ਦੇ ਵਿੱਚ ਵੀ ਬੜੀਆਂ ਖੁਸ਼ੀਆਂ, ਬੜੇ ਆਨੰਦ ਪੈਦਾ ਹੋ ਗਏ ਸਨ। ਸਹਿਜ ਸੁਭਾਇਕ ਵਿਚਰਤ ਆਇਓ। ਇਹ ਵੀ ਸੋਤੈ ਸਿੱਧ ਵਿਚਰਦਿਆਂ ਸਾਬੋ ਕੀ ਤਲਵੰਡੀ ਦੇ ਵਿੱਚ ਪਹੁੰਚ ਗਏ ਹਨ। ਦਰਸ਼ਨ ਕਰਤ ਬਿਲੰਦ ਆਨੰਦਿਓ। ਸਤਿਗੁਰੂ ਜੀ ਦਾ ਕਰਕੇ ਦਰਸ਼ਨ ਭਾਈ ਗੋਦੜੀਆ ਜੀ ਦੇ ਮਨ ਦੇ ਵਿੱਚ ਬੜਾ ਆਨੰਦ ਪੈਦਾ ਹੋ ਗਿਆ ਸੀ। ਆਧਾਰ ਬਿੰਦ ਪੁਨਹ ਪੁਨ ਬੰਦਿਓ। ਸਤਿਗੁਰੂ ਜੀ ਦੇ ਚਰਨਾਂ ਤੇ ਭਾਈ ਗੋਦੜੀਆ ਜੀ ਬਾਰ-ਬਾਰ ਨਮਸਕਾਰਾਂ ਕਰਨ ਲੱਗ ਪਏ ਹਨ। ਸਤਿਗੁਰ ਬੂਝਨ ਕਰਿਓ ਬਿਰਤੰਤ। ਉਸ ਸਮੇਂ ਸਤਿਗੁਰੂ ਜੀ ਨੇ ਵੀ ਇਹਨਾਂ ਦੇ ਬਾਰੇ ਸਾਰੀ ਜਿਹੜੀ ਵਾਰਤਾ ਪੁੱਛਣੀ ਕੀਤੀ ਹੈ। ਲੋਕਨ ਕਹਿਓ ਵੱਡੋ ਇਹ ਸੰਤ। ਜਿਹੜੇ ਜਿਹੜੇ ਸਿਆਣੇ ਗੁਰ ਸਿੱਖ ਮਹਾਰਾਜ ਦੇ ਦਰਬਾਰ ਦੇ ਵਿੱਚ ਬੈਠੇ ਸੀ, ਉਹਨਾਂ ਤੋਂ ਫਿਰ ਆਪ ਸਤਿਗੁਰੂ ਜੀ ਨੇ ਸਰਬਾਗੰਤਰ ਜਾਮੀ ਫਿਰ ਵੀ ਭਾਈ ਗੋਦੜੀਆ ਜੀ ਦੇ ਬਾਰੇ ਆਪ ਮਹਾਰਾਜ ਪੁੱਛਣ ਲੱਗ ਪਏ ਸਨ। ਲੋਕਨ ਕਹਿਓ ਵੱਡੋ ਇਹੋ ਸੰਤ। ਸਾਰੇ ਕਹਿ ਲੱਗਾ ਸੱਚੇ ਪਾਤਸ਼ਾਹ ਹੈ ਤਾਂ ਇਹਨਾਂ ਦੀ ਭਾਵੇਂ ਬਿਰਤੀ ਮਸਤਾਨੀ ਜੀ ਬਾਰੇ ਬਹੁਤ ਉੱਚੀ ਅਵਸਥਾ ਦੇ ਮਾਲਕ ਹਨ। ਸਕਲ ਪ੍ਰਸੰਗ ਪ੍ਰਭੂ ਕੇ ਸੰਗ। ਸਾਰੀ ਜਿਹੜੀ ਵਾਰਤਾ ਭਾਈ ਗੋਦੜੀਆ ਜੀ ਦੀ ਸੰਗਤਾਂ ਨੇ ਮਹਾਰਾਜ ਦੇ ਅੱਗੇ ਬੇਨਤੀ ਕਰ ਦਿੱਤੀ ਹੈ। ਕਰਿਓ ਬਤਾਵਨ ਜਿਮ ਚਿਤ ਰੰਗ। ਵੀ ਜਿਵੇਂ ਇਹਨਾਂ ਦੇ ਹਿਰਦੇ ਨੂੰ ਪਰਮਾਤਮਾ ਦੇ ਨਾਮ ਦਾ ਜਿਹੜਾ ਰੰਗ ਚੜ ਚੁੱਕਿਆ ਸੀ, ਲਾਲ ਰੰਗ, ਤਿਸਕੋ ਲਗਾ ਜਿਸਕੇ ਬੜ ਭਾਗਾ, ਮੈਲਾ ਕਦੇ ਨ ਹੋਵੀ ਨੈ ਲਾਗਾ ਦਾਗਾ। ਵੀ ਹੋ ਜਿਹਾ ਜਿਹੜਾ ਨਾਮ ਦਾ ਰੰਗ ਇਹਨਾਂ ਦੇ ਮਨ ਨੂੰ ਚੜ ਚੁੱਕਿਆ ਸੀ। ਪੋਸਤ ਪੰਗ ਅਫੀਮ ਮਦ ਉਤਰ ਜਾਏ ਪ੍ਰਭਾਤ, ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਸੱਚੇ ਪਾਤਸ਼ਾਹ ਵੀ ਤਾਂ ਭਗਵਾਨ ਦੀ ਬੰਦਗੀ, ਪਰਮਾਤਮਾ ਦੇ ਸਿਮਰਨ ਦੇ ਆਨੰਦ ਦੇ ਵਿੱਚ ਹੀ ਇਹ ਹਰ ਵਕਤ ਬੜਾ ਮਸਤ ਰਹਿੰਦੇ ਹਨ। ਰਹਿਤ ਭਇਓ ਸਿੰਘਨ ਦਲ ਮਾਹੀ। ਹੁਣ ਭਾਈ ਗੋਦੜੀਆ ਜੀ ਇਹ ਵੀ ਜਿੱਥੇ ਹੁਣ ਸਿੰਘਾਂ ਦਾ ਦਲ ਉਤਰਿਆ ਹੋਇਆ ਸੀ, ਉੱਥੇ ਜਾ ਕੇ ਆਪਣੇ ਇਹਨਾਂ ਨੇ ਡੇਰੇ ਲਗਾ ਲਏ ਨੇ। ਲੀਤ ਆਹਾਰ ਦੇਗ ਤੇ ਖਾਹੀ। ਰੋਜ਼ਾਨਾ ਮਨ ਭਾਉਂਦਾ ਭੋਜਨ ਪਾਣੀ ਭਾਈ ਗੋਦੜੀਆ ਜੀ ਗੁਰੂ ਕੇ ਲੰਗਰਾਂ ਦੇ ਵਿੱਚੋਂ ਛਕਿਆ ਕਰਦੇ ਸਨ। ਸਤਨਾਮ ਸਿਮਰਨ ਗੁਰ ਦਰਸ਼ਨ। ਸਤਿਗੁਰੂ ਜੀ ਦਾ ਰੋਜ਼ਾਨਾ ਹੀ ਦੀਵਾਨ ਦੇ ਵਿੱਚ ਬੈਠ ਕਰਕੇ ਦਰਸ਼ਨ ਵੀ ਕਰਦੇ ਨੇ। ਉੱਥੇ ਉਠਤ ਬੈਠਤ ਸੋਵਤ ਨਾਮ ਕੋ ਨਾਨਕ, ਜਨ ਕੈ ਸਦ ਕਾਮ। ਉੜਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਇਹਨਾਂ ਦੀ ਜਿਹੜੀ ਬਿਰਤੀ ਇੱਕ ਪ੍ਰਭੂ ਦੇ ਨਾਮ ਦੇ ਨਾਲ ਹੀ ਜੁੜੀ ਰਹਿੰਦੀ ਹੈ। ਨਾਮਾ ਕਹੈ ਤਲੋਚਨਾ, ਮੁਖ ਤੇ ਰਾਮ ਸਮਾਲ, ਹਾਥ ਪਾਉ ਕਰ ਕਾਮ ਸਭ, ਚੀਤ ਨਰੰਜਨ ਨਾਲ। ਹਰ ਵਕਤ ਭਾਈ ਗੋਦੜੀਆ ਜੀ
ਇੱਕ ਜਿਹੜੀ ਨਾਮ ਦੀ ਖੁਮਾਰੀ ਹੈ, ਉਹਦੇ ਵਿੱਚ ਹੀ 8 ਪੈਰ ਦਿਨ ਰਾਤ ਮਸਤ ਰਿਹਾ ਕਰਦੇ ਸੀ। ਕਰਤ ਨਿਤਾ ਪ੍ਰਤ ਦੋਸ਼ਨ ਧਰਖਨ। ਜਿਹੜੇ ਪਾਪ ਗੁਨਾਹ ਤੋਂ ਪਹਿਲਾਂ ਹੀ ਇਹਨਾਂ ਨੇ ਬੰਦਗੀ ਦੇ ਪ੍ਰਤਾਪ ਦੁਆਰਾ ਦਗਤ ਕਰ ਦਿੱਤੇ ਹਨ। ਸਭਾ ਵਿਖੇ ਸਤਿਗੁਰ ਇੱਕ ਬੀਰਾ। ਇੱਕ ਦਿਨ ਆਪ ਸਤਿਗੁਰੂ ਜੀ ਪਰੇ ਦੀਵਾਨ ਦੇ ਵਿੱਚ ਇਹਨਾਂ ਦੀ ਬੜੀ ਤਾਰੀਫ, ਬੜੀ ਵਡਿਆਈ ਸੰਗਤਾਂ ਨੂੰ ਦੱਸਣ ਲੱਗੇ ਸੀ। ਕਹਿਓ ਵਿਸ਼ੇਸ਼ ਦੇਸ ਇਸ ਹੀਰਾ। ਸਤਿਗੁਰੂ ਜੀ ਕਹਿ ਲੱਗੇ, ਭਾਈ ਆ ਤੁਹਾਡੇ ਇਲਾਕੇ 'ਚ ਜਿਹੜੇ ਭਾਈ ਗੋਦੜੀਆ ਜੀ ਬਹੁਤ ਵੱਡੀ ਮਹਾਨ ਕਰਨੀ ਦੇ ਮਾਲਕ ਬਣ ਚੁੱਕੇ ਹਨ। ਗੋਦੜੀਏ ਸਮ ਔਰ ਨਾ ਤਿਆਗੀ। ਭਾਈ ਗੋਦੜੀਏ ਦੇ ਸਮਾਨ ਆ ਜੰਗਲ ਦੇ ਇਲਾਕੇ 'ਚ ਕੋਈ ਵੀ ਐਸਾ ਸਾਧੂ ਫਕੀਰ ਮਹਾਤਮਾ ਤਿਆਗੀ ਤੇ ਬਰਾਗੀ ਪੈਦਾ ਨਹੀਂ ਹੋਇਆ ਵੀ ਜਿਹੋ ਜਿਹਾ ਤਿਆਗ ਬਰਾਗ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕੀਤਾ ਹੋਇਆ। ਗੋੜ ਪਰਮੇਸ਼ਰ ਸੋ ਲਿਵ ਲਾਗੀ। ਗੋੜ ਇਹਨਾਂ ਦੀ ਜਿਹੜੀ ਲਿਵਨਾ ਹਰ ਵਕਤ ਪਰਮਾਤਮਾ ਦੇ ਨਾਮ ਦੇ ਨਾਲ ਹੀ ਲੱਗੀ ਰਹਿੰਦੀ ਹੈ। ਦੇਸ਼ ਪਵਿੱਤਰ ਕਰਨ ਸਮਰੱਥ। ਜੇ ਭਾਈ ਗੋਦੜੀਆ ਜੀ ਚਾਹਣ ਆਪਣੇ ਚਰਨਾਂ ਦੁਆਰਾ ਨਾਲ ਤੁਹਾਡੇ ਸਾਰੇ ਜੰਗਲ ਦੇ ਇਲਾਕੇ ਨੂੰ ਪਵਿੱਤਰ ਕਰ ਸਕਦੇ ਨੇ। ਇਤਨੀ ਸਮਰੱਥਾ, ਇਤਨੀ ਜਿਹੜੀ ਤਾਕਤ ਇਹਨਾਂ ਦੇ ਅੰਦਰ ਪਾਈ ਜਾਂਦੀ ਹੈ। ਚਾਹੇ ਸੋ ਕਰੇ ਸਕਲ ਇਸ ਹੱਥ। ਜੇ ਮੈਂ ਚਾਹਣ ਉਸੇ ਤਰ੍ਹਾਂ ਹੀ ਕਰ ਸਕਦੇ ਹਨ। ਸ਼੍ਰੀ ਮੁਖ ਤੇ ਏਮਾ ਸੋ ਜਸ ਬਖਾਨਾ। ਜਦੋਂ ਭਾਈ ਗੋਦੜੀਆ ਜੀ ਦੀ ਵਡਿਆਈ ਜਸ ਹੁਣ ਜਿੱਥੇ ਸਤਿਗੁਰੂ ਜੀ ਨੇ ਆਪਣੀ ਰਸਨਾ ਤੋਂ ਪਰੇ ਦੀਵਾਨ ਦੇ ਵਿੱਚ ਹੀ ਕਹਿ ਦਿੱਤੀ ਹੈ, ਸੰਤ ਮਹਾਨ ਸਭਨ ਹੂੰ ਜਾਨਾ। ਉਸ ਵਕਤ ਪ੍ਰੇਮੀਆਂ ਨੂੰ ਪਤਾ ਲੱਗਿਆ ਵੀ ਅਸੀਂ ਤਾਂ ਮੈਨੂੰ ਇੱਕ ਮਸਤਾਨਾ ਜਿਹੀ ਮਨ ਦੇ ਵਿੱਚ ਸਮਝਦੇ ਸੀ ਵੀ ਜਿਹੜਾ ਬਾਂਹ ਤੋਂ ਪਕੜਦਾ ਹੈ ਆਪੋ ਆਪਣੇ ਕੰਮਾਂ 'ਤੇ ਲਗਾ ਦਿੰਦੇ ਹਨ। ਜਿੱਥੇ ਲਾਗੇ ਫਿਰ ਉੱਥੇ ਹਟਣ ਦਾ ਨਾਮ ਹੀ ਨਹੀਂ ਲੈਂਦੇ। ਪਰ ਉਦੋਂ ਪਤਾ ਲੱਗਿਆ ਜਦੋਂ ਦਸ਼ਮੇਸ਼ ਪਿਤਾ ਨੇ ਭਾਈ ਗੋਦੜੀਆ ਜੀ ਦੇ ਬਾਰੇ ਸਾਰੇ ਬਚਨ ਪਰੇ ਦੀਵਾਨ ਦੇ ਵਿੱਚ ਕੀਤੇ ਸੀ। ਮਿਲੀ ਮੁਕਤ ਸਰ ਭਾਗੋ ਮਾਈ। ਉਧਰ ਮਾਤਾ ਭਾਗੋ ਜੀ ਇਹ ਵੀ ਸਤਿਗੁਰੂ ਜੀ ਦੇ ਪਾਸ ਜਦੋਂ ਹੋਇਆ ਖਿਦਰਾਣੇ ਦੀ ਟਾਪ 'ਤੇ ਬਹੁਤ ਵੱਡਾ ਭਿਆਨਕ ਯੁੱਧ, ਜਥੇਦਾਰ ਭਾਈ ਮਾ ਸਿੰਘ ਦੇ ਨਾਲ ਮਿਲ ਕਰਕੇ ਇਹ ਵੀ ਮਹਾਰਾਜ ਦੇ ਚਰਨਾਂ 'ਚ ਪਹੁੰਚ ਚੁੱਕੇ ਸਨ। ਬਦੀ ਪ੍ਰੀਤ ਗੁਰਮਹਿ ਅਧਿਕਾਈ। ਹੁਣ ਇਹਨਾਂ ਦੇ ਮਨ ਦੇ ਵਿੱਚ ਵੀ ਸਤਿਗੁਰਾਂ ਦੇ ਚਰਨਾਂ ਦੀ ਜਿਹੜੀ ਪ੍ਰੀਤੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ। ਰਹਿਬੇ ਲੱਗੀ ਦਿਗੰਬਰ ਸੋਈ। ਹੁਣ ਬਹੁਤ ਉੱਚੀ ਅਵਸਥਾ ਨੂੰ ਪ੍ਰਾਪਤ ਕਰਕੇ ਮਾਤਾ ਜੀ ਮਹਾਰਾਜ ਦੇ ਚਰਨਾਂ 'ਚ ਹੀ ਰਹਿਣ ਲੱਗ ਪਏ ਸਨ। ਲਾਜ ਕਾਨ ਲੋਕਨ ਕੀ ਖੋਈ। ਹੁਣ ਜਿਹੜੇ ਸੰਸਾਰ ਦੀ ਕਾਨ ਕਨੌੜ ਤੋਂ ਸਦਾ ਵਾਸਤੇ ਉੱਚੇ ਹੋ ਚੁੱਕੇ ਹਨ। ਕਥਾ ਬੀਦ ਮਹਿ ਜਿਸ ਕੀ ਇਹ। ਵੀ ਜਿਨ੍ਹਾਂ ਇਹੋ ਜਿਹੀਆਂ ਮਾਤਾਵਾਂ ਦੀ ਕਥਾ ਵੇਦਾਂ ਸ਼ਾਸਤਰਾਂ ਦੇ ਵਿੱਚ ਵੀ ਕਥਨ ਕੀਤੀ ਹੋਈ ਹੈ ਵੀ ਜੋ ਕਮਾਈ ਕਰਦਿਆਂ ਬਹੁਤ ਉੱਚੀ ਅਵਸਥਾ ਦੀਆਂ ਮਾਲਕ ਬਣੀਆਂ ਸਨ। ਨਾਮ ਗਾਰਗੀ ਨਗਨ ਸੋ ਰਹਿ। ਇਸੇ ਤਰ੍ਹਾਂ ਗਾਰਗੀ ਜੀ ਨੇ ਜਿਹੋ ਜਿਹੀ ਅਵਸਥਾ ਆਪਣੇ ਜੀਵਨ ਦੇ ਵਿੱਚ ਧਾਰਨ ਕੀਤੀ ਹੋਈ ਸੀ। ਪਰਮਹੰਸਨੀ ਬਾਢ ਅਬਦੂਤਾ। ਔਰ ਮਾਤਾ ਭਾਗੋ ਜੀ ਵੀ ਅਬਦੂਤ ਸੰਤਾਂ ਦੇ ਸਮਾਨ, ਪਰਮ ਹੰਸਾਂ ਦੇ ਸਮਾਨ ਬਣ ਚੁੱਕੇ ਸਨ। ਤਿਮ ਭਾਗੋ ਗੁਰ ਟਿਗ ਅਬਦੂਤਾ। ਅਬਦੂਤ ਬਿਰਤੀ ਨੂੰ ਧਾਰਨ ਕਰਕੇ ਮਾਤਾ ਭਾਗੋ ਜੀ ਇਹ ਵੀ ਸਤਿਗੁਰੂ ਜੀ ਦੇ ਚਰਨਾਂ 'ਚ ਹੀ ਰਹਿਣ ਲੱਗ ਪਏ ਸਨ। ਗਰਬੀ ਸੰਗ ਹੱਥ ਮਹਿ ਧਰੈ। ਹਰ ਵਕਤ ਮਾਤਾ ਭਾਗੋ ਜੀ ਆਪਣੇ ਹੱਥ ਦੇ ਵਿੱਚ ਨਾ ਬਹੁਤ
ਭਾਰੀ ਜਿਹੜੀ ਇੱਕ ਬਰਸ਼ੀ ਪਕੜ ਕਰਕੇ ਰੱਖਿਆ ਕਰਦੇ ਸਨ। ਸਦਾ ਆਨੰਦ ਏਕ ਰਸ ਤੇਰਾ। ਪਰ ਉਹ ਉਹਨਾਂ ਦੀ ਜਿਹੜੀ ਬਿਰਤੀ ਸਦਾ ਵਾਸਤੇ ਇੱਕ ਰਸ ਆਨੰਦ ਦੇ ਵਿੱਚ ਹੀ ਸਮਾ ਚੁੱਕੀ ਹੈ। ਸੁਨ ਮਾਈ ਭਾਗੋ ਸਚਿਆਰੀ। ਉਹ ਸਮੇਂ ਇੱਕ ਦਿਨ ਦਾ ਜ਼ਿਕਰ ਜਦੋਂ ਸਤਿਗੁਰੂ ਜੀ ਦੀ ਦ੍ਰਿਸ਼ਟੀ ਇਹਨਾਂ ਦੇ ਉੱਪਰ ਪਈ ਸੀ। ਕੁਲ ਨਹਿਰ ਸਸੁਰਾਰ ਉਬਾਰੀ। ਵੀ ਤੈ ਤਾਂ ਆਪਣੇ ਸਹੁਰੇ ਵੀ ਔਰ ਪੇਕੇ ਪਰਿਵਾਰ ਦਾ ਉਧਾਰ ਕਰ ਲਿਆ, ਉਹਨਾਂ ਦੀਆਂ ਸਾਰੀਆਂ ਹੀ ਕੁੱਲਾ ਤਰ ਜਾਣੀਆਂ ਹਨ। ਪਰਮਹੰਸ ਅਵਸਥਾ ਪਾਈ। ਬਾਬਾ ਧਿਆਨਾ ਜੀ ਦੇ ਸਮਾਨ ਇਹਨਾਂ ਨੇ ਵੀ ਇਹੋ ਜੀ ਜਿਹੜੀ ਅਵਸਥਾ ਧਾਰਨ ਕੀਤੀ ਹੋਈ ਸੀ। ਤੁਝ ਕੋ ਦੋਸ਼ ਨਾ ਲੱਗੇ ਕਦਾਈ। ਸਤਿਗੁਰੂ ਜੀ ਕਹਿਣ ਲੱਗੇ ਵੀ ਤੁਹਾਡੀ ਜਿਹੜੀ ਇਹ ਬਿਰਤੀ ਇਹ ਤਾਂ ਸੰਸਾਰ ਤੋਂ ਸਦਾ ਵਾਸਤੇ ਉੱਚੀ ਹੋ ਚੁੱਕੀ ਹੈ। ਰਹਿਣ ਦਿਗੰਬਰ ਤੁਝ ਬਨ ਆਈ। ਹੁਣ ਇਸ ਤਰ੍ਹਾਂ ਦੀ ਅਵਸਥਾ ਦੇ ਵਿੱਚ ਰਹਿਣਾ ਹੈ ਤੁਹਾਨੂੰ ਕੋਈ ਸੋਭਾ ਨਹੀਂ ਪਾਉਂਦਾ ਹੈ। ਇਕ ਰਸ ਬ੍ਰਿਤ ਭਈ ਲਿਵ ਲਾਈ। ਭਾਵੇਂ ਤੁਹਾਡੀ ਜਿਹੜੀ ਬਿਰਤੀ ਇੱਕ ਰਸ ਦਾ ਵਾਤੇ ਤਾਂ ਪ੍ਰਭੂ ਦੇ ਨਾਮ ਦੇ ਨਾਲ ਹੀ ਜੁੜ ਚੁੱਕੀ ਹੈ। ਤਨ ਹੰਤਾ ਸਭ ਰਿਧੀ ਬਿਨਾਸ਼ੀ। ਔਰ ਜਿਹੜੀ ਸਰੀਰ ਦੀ ਹੰਗਤਾ ਔਰ ਜਿਹਨੂੰ ਪਕੜ ਕਹਿ ਦਿੰਦੇ ਹਨ, ਇਹ ਤਾਂ ਮਨ ਦੇ ਵਿੱਚੋਂ ਦੂਰ ਕਰ ਦਿੱਤੀ ਹੈ। ਤਿੰਨਾਂ ਕਾਲਾਂ ਬਸ ਤੇ ਪਾਇਓ ਪਰਮ ਰੂਪ ਅਬਨਾਸ਼ੀ। ਜੋ ਹੈ ਉਹ ਅਬਨਾਸੀ ਬਿਨਸਤ ਨਾਹੀ। ਇਹੋ ਜਿਹੇ ਅਬਨਾਸੀ ਰੂਪ ਦੀ ਪ੍ਰਾਪਤੀ ਕਰ ਚੁੱਕੇ ਹੋ। ਤਉ ਸੰਗ ਤੂੰ ਰਹਿਤ ਹਮਾਰੀ। ਉਸ ਸਮੇਂ ਮਹਾਰਾਜ ਕਹਿਣ ਲੱਗੇ ਵੀ ਦੇਖੋ ਤੁਸੀਂ ਹਰ ਵਕਤ ਸਾਡੇ ਚਰਨਾਂ ਦੇ ਵਿੱਚ ਹੀ ਰਹਿਣਾ ਹੈ। ਪਹਿਰ ਕਾਛ ਲਗ ਸਿਰ ਦਸਤਾਰੀ। ਉਹ ਸਮੇਂ ਸਤਿਗੁਰੂ ਜੀ ਨੇ ਮਾਤਾ ਭਾਗੋ ਜੀ ਨੂੰ ਇਹੋ ਜਿਹਾ ਜਿਹੜਾ ਬਾਣਾ ਧਾਰਨ ਕਰਨ ਦੇ ਲਈ ਆਪਣੇ ਵੱਲੋਂ ਹੁਕਮ ਕਰ ਦਿੱਤਾ ਵੀ ਸਿਰ ਤੇ ਦਸਤਾਰ ਕੱਪੜੇ ਵਗੈਰਾ ਧਾਰਨ ਕਰਵਾ ਦਿੱਤੇ ਸੀ। ਉਪਰ ਚੀਰ ਚਾਦਰਾ ਲੀਜੈ। ਇਸੇ ਤਰ੍ਹਾਂ ਸਤਿਗੁਰੂ ਜੀ ਨੇ ਆਗਿਆ ਕੀਤੀ ਵੀ ਸਰੀਰ ਦੇ ਉੱਪਰ ਸਦਾ ਵਾਸਤੇ ਬਹੁਤ ਵੱਡਾ ਚਾਦਰਾ ਵੀ ਤੁਸੀਂ ਪਾ ਕਰਕੇ ਰੱਖਣਾ ਹੈ। ਦਿਹ ਅਛੱਦ ਹੋ ਸਮਾਂ ਬਤੀਜੈ। ਆਪਣੇ ਸਰੀਰ ਦੇ ਉੱਪਰ ਪਾ ਕਰਕੇ ਬਸਤਰ ਫਿਰ ਜਿਹੜੀ ਆਪਣੀ ਜ਼ਿੰਦਗੀ ਤੁਸੀਂ ਸੰਗਤਾਂ ਦੇ ਵਿੱਚ ਰਹਿ ਕਰਕੇ ਬਤੀਤ ਕਰਨੀ ਹੈ। ਸੁਨ ਗੁਰ ਹੁਕਮ ਮਾਨ ਤਿਨ ਲੀਨਾ। ਉਸੇ ਵਕਤ ਮਾਤਾ ਜੀ ਨੇ ਸਤਿਗੁਰੂ ਜੀ ਦੇ ਬਚਨ ਮੰਨ ਲਏ ਸਨ। ਬਸਤਰ ਸਰੀਰ ਅਛਾਦਨ ਕੀਨਾ। ਆਪਣੇ ਜਿਸਮ ਦੇ ਉੱਪਰ ਸਾਰੇ ਜਿਹੜੇ ਬਸਤਰ ਧਾਰਨ ਕਰ ਲਏ ਸੀ। ਕਰਮਹਿ ਸਾਂਗ ਸਦਾ ਗਹਿ ਰਾਖੀ। ਪਰ ਜਿਹੜੀ ਉਹ ਬਰਸ਼ੀ ਬਹੁਤ ਲੰਮੀ ਔਰ ਭਾਰੀ, ਇਹ ਹੱਥ ਦੇ ਵਿੱਚ ਉਸੇ ਤਰ੍ਹਾਂ ਹਰ ਵਕਤ ਪਕੜ ਕਰਕੇ ਰੱਖਿਆ ਕਰਦੇ ਸਨ। ਰਹਿ ਸੰਗ ਗੁਰ ਕੀ ਅਬਿਲਾਖੀ। ਇਹ ਹਰ ਵਕਤ ਆਪਣਾ ਜਿਹੜਾ ਜੀਵਨ ਮਹਾਰਾਜ ਦੇ ਚਰਨਾਂ 'ਚ ਹੀ ਰਹਿ ਕਰਕੇ ਬਤੀਤ ਕਰਨਾ ਚਾਹੁੰਦੇ ਹਨ। ਇੱਕ ਦਿਨ ਲੱਗਿਓ ਦੀਵਾਨ ਸੁਹਾਈ। ਇੱਕ ਦਿਨ ਜਦੋਂ ਸਤਿਗੁਰੂ ਜੀ ਦਾ ਬਹੁਤ ਵੱਡਾ ਭਾਰੀ ਦੀਵਾਨ ਸਜਿਆ ਹੋਇਆ ਸੀ। ਬੈਠਿਓ ਡੱਲਾ ਨਿਕਟ ਗੁਸਾਈ। ਉਸ ਸਮੇਂ ਭਾਈ ਡੱਲਾ ਚੌਧਰੀ ਇਹ ਵੀ ਸਤਿਗੁਰੂ ਜੀ ਦੇ ਨੇੜੇ ਆ ਕੇ ਬੈਠ ਗਏ। ਸੋਭਾ ਜੋ ਸਿਰੰਦ ਮਹਿ ਰਹਿ। ਜਿਹੜਾ ਸੀ ਇਹ ਸਰਹੰਦ ਦਾ ਸੂਬਾ ਵਜ਼ੀਰ ਖਾਂ, ਉਹਨੂੰ ਹੁਣ ਆਪਣੇ ਪਾਪਾਂ ਦਾ ਜਿਹੜਾ ਪਾਲਾ ਬੜਾ ਅੰਦਰੋਂ ਅੰਦਰ ਹੀ ਮਾਰ ਰਿਹਾ ਸੀ। ਨਾਮ ਵਜੀਦ ਖਾਨ ਜਿਸ ਕਹੈ। ਹੁਣ ਜਿਸ ਦਾ ਨਾਮ ਹੀ ਵਜ਼ੀਰ ਖਾਨ ਨੇ ਚਾਰੇ ਪਾਸੇ ਪ੍ਰਸਿੱਧ ਹੋ ਚੁੱਕਿਆ ਸੀ। ਗੁਰ ਕੀ ਸੁਧ ਤਿਲ ਤਲਵੰਡੀ ਸੁਣੀ। ਹੁਣ ਸਤਿਗੁਰੂ ਜੀ ਦੀ ਜਿਹੜੀ ਖਬਰ ਸਾਬੋ ਕੀ ਤਲਵੰਡੀ ਦੇ ਵਿੱਚ ਰਹਿਣ ਦੀ ਇਹ ਵਜੀਦੇ ਪਾਸ ਪਹੁੰਚ ਚੁੱਕੀ ਹੈ। ਬਿਸਮਾਨਿਓ ਜੜ ਮੁੰਡੀ ਧੁਨੀ। ਸੁਣ ਕਰਕੇ ਬਾਰ-ਬਾਰ ਇਹ ਤਾਂ ਆਪਣੇ
ਮੱਥੇ ਦੇ ਉੱਪਰ ਹੱਥ ਮਾਰਨ ਲੱਗ ਪਿਆ ਸੀ ਵੀ ਹਜੇ ਵੀ ਗੁਰੂ ਜੀ ਦੇਖੋ ਮੈਂ ਜੰਗਲ ਦੇ ਇਹ ਇਲਾਕੇ ਦੇ ਵਿੱਚ ਕਿਵੇਂ ਜਿਉਂਦੇ ਜਾਗਦੇ ਆਪਣੇ ਸਿੰਘਾਂ ਦੇ ਸਮੇਤ ਵਿਚਰ ਰਹੇ ਹਨ। ਮੈਂ ਤਾਂ ਸੋਚਦਾ ਸੀ ਵੀ ਪਤਾ ਨਹੀਂ ਗੁਰੂ ਜੀ ਉੱਥੇ ਖਿਦਰਾਣੇ ਦੀ ਢਾਬ 'ਤੇ ਸ਼ਹੀਦ ਹੋ ਗਏ ਹੋਣਗੇ। ਪਰ ਉਸੇ ਵਕਤ ਇਹਦਾ ਜਿਹੜਾ ਮਨ ਚਿੰਤਾ ਰੂਪੀ ਨਦੀ ਦੇ ਵਿੱਚ ਗੋਤੇ ਖਾਣ ਲੱਗ ਪਿਆ ਵੀ ਆ ਕੀ ਹੋ ਗਿਆ। ਗੁਰੂ ਜੀ ਬੜੇ ਤੇਜ ਪ੍ਰਤਾਪ ਦੇ ਸਹਿਤ ਅਜੇ ਤੱਕ ਉਹ ਜੰਗਲ ਦੇ ਇਲਾਕੇ 'ਚ ਬੈਠੇ ਹਨ। ਵੱਡੀ ਵੱਡੀ ਰਚ ਜੰਗਕਾਰੀ, ਕਿਤਨੇ ਵੱਡੇ ਵੱਡੇ ਕਮਸਾਨ ਦੇ ਯੁੱਧ ਗੁਰੂ ਜੀ ਨੇ ਕਰਦਿਆਂ ਹੋਇਆਂ ਸਾਡੀਆਂ ਤਾਂ ਇਹ ਲੱਖਾਂ ਦੀ ਤਾਦਾਦ ਦੇ ਵਿੱਚ ਫੌਜਾਂ ਇਹ ਵੱਡੇ ਵੱਡੇ ਜਵਾਨ ਵੱਡੇ ਵੱਡੇ ਸੂਰਮੇ ਖਪਾ ਦਿੱਤੇ ਹਨ। ਜੀਵਤ ਰਹਿਓ ਨਾ ਲੜ ਕਿਨ ਮਾਰੀ। ਅਜੇ ਤੱਕ ਵੀ ਕੋਈ ਗੁਰੂ ਜੀ ਨੂੰ ਦੇਖੋ ਸ਼ਹੀਦ ਨਹੀਂ ਕਰ ਸਕਿਆ। ਉਹ ਤਾਂ ਬੜੇ ਆਨੰਦਾਂ ਦੇ ਸਹਿਤ ਜੰਗਲ ਦੇ ਇਲਾਕੇ ਦੇ ਵਿੱਚ ਵਿਚਰ ਰਹੇ ਨੇ। ਹੱਥ ਦੀਨਸ ਲੱਖੋਂ ਤੁਰਕਾਨਾ, ਜਿਨ੍ਹਾਂ ਨੇ ਤੁਰਕ ਵੀ ਮੁਗਲ ਵੀ ਪਠਾਨ ਉਹ ਲੱਖਾਂ ਦੀ ਗਿਣਤੀ ਦੇ ਵਿੱਚ ਖਪਾ ਕਰਕੇ ਰੱਖ ਦਿੱਤੇ ਨੇ। ਗ੍ਰਾਮ ਨਗਰ ਪਾ ਸ਼ੋਕ ਮਹਾਨਾ, ਅਜੇ ਤੱਕ ਵੀ ਪਿੰਡਾਂ ਨਗਰਾਂ ਦੇ ਵਿੱਚ ਥਾਂ ਥਾਂ 'ਤੇ ਕਿਵੇਂ ਸ਼ੋਕ ਨੇ ਆਪਣੇ ਡੇਰੇ ਲਗਾਏ ਹੋਏ ਹਨ। ਲਿਖ ਭੇਜਿਓ ਡੱਲੇ ਕੋ ਤਬੈ, ਹੁਣ ਵਜੀਦੇ ਨੇ ਉਸੇ ਬਾਤ ਇੱਕ ਚਿੱਠੀ ਲੈ ਕਰਕੇ ਭਾਈ ਡੱਲੇ ਚੌਧਰੀ ਦੇ ਭਲ ਭੇਜ ਦਿੱਤੀ ਹੈ। ਗੁਰ ਕੋ ਪਕੜ ਦੇਹੋ ਇਤਬੈ, ਕਹਿ ਲੱਗਿਆ ਡੱਲਾ ਚੌਧਰੀ ਤੋਂ ਗੁਰੂ ਜੀ ਨੂੰ ਪਕੜ ਕਰਕੇ ਨਾ ਮੇਰੇ ਪਾਸ ਹਾਜ਼ਰ ਕਰਨਾ ਹੈ। ਹਾਜ਼ਰਤ ਦੀਹੀ ਤੋਹੇ ਵਡਿਆਈ, ਜੈ ਕਿਤੇ ਤੂੰ ਗੁਰੂ ਜੀ ਨੂੰ ਗ੍ਰਿਫਤਾਰ ਕਰਾ ਦੇ। ਬਾਦਸ਼ਾਹ ਔਰੰਗਜ਼ੇਬ ਨੇ ਬੜੀਆਂ ਵਡਿਆਈਆਂ ਉਹ ਵੱਡੀਆਂ ਵੱਡੀਆਂ ਜੰਗੀਰਾਂ ਤੈਨੂੰ ਹੋਰ ਵੀ ਬਖਸ਼ਾ ਦੇਣੀਆਂ ਹਨ। ਗਹੋ ਅਚਾਨਕ ਦੇਹੋ ਪਠਾਈ, ਅਚਾਨਕ ਹੀ ਕਹਿਣ ਲੱਗਿਆ ਗੁਰੂ ਜੀ ਨੂੰ ਪਕੜ ਕਰਕੇ ਤੂੰ ਮੇਰੇ ਪਾਸ ਭੇਜ ਦੇਣਾ ਹੈ। ਨਾਹੀਂ ਤਾਂ ਚਮੋ ਆਨ ਕਰ ਭਾਰੀ, ਦੇ ਲੈ ਫਿਰ ਜੇ ਨਹੀਂ ਭੇਜੇਗਾ ਮੈਂ ਬੜੀਆਂ ਫੌਜਾਂ ਤੇਰੇ ਉੱਪਰ ਚਾੜ ਦੇਣੀਆਂ ਹਨ। ਤੋਹੀ ਸਹਿਤ ਲੇ ਹੈ ਗੁਰ ਮਾਰੀ, ਤੇਰੇ ਸਮੇਤ ਗੁਰੂ ਜੀ ਨੂੰ ਅਸੀਂ ਆ ਕਰਕੇ ਫਿਰ ਇੱਥੇ ਸ਼ਹੀਦ ਕਰ ਦੇਣਾ ਹੈ। ਸੋ ਕਾਗਦ ਆਇਓ ਪੜ ਲੀਨ, ਜਦੋਂ ਚਿੱਠੀ ਲਿਖੀ ਹੋਈ ਵਜੀਦੇ ਦੀ ਡੱਲੇ ਚੌਧਰੀ ਦੇ ਪਾਸ ਪਹੁੰਚੀ, ਖੋਲ ਕਰਕੇ ਵੀ ਉਸੇ ਵਕਤ ਪੜ੍ਹਨ ਲੱਗਾ ਪਿਆ ਸੀ। ਉੱਤਰ ਕੋ ਲਿਖਾਈ ਤਬ ਦੀਨ, ਉਸੇ ਵਕਤ ਡੱਲੇ ਚੌਧਰੀ ਨੇ ਆਪਣੇ ਵੱਲੋਂ ਉੱਤਰ ਲਿਖਾ ਕੇ ਵਜੀਦੇ ਵੱਲ ਭੇਜ ਦਿੱਤਾ ਸੀ। ਸੰਗ ਗੁਰੂ ਕੀ ਪ੍ਰਾਨ ਹਮਾਰੀ, ਕਹਿ ਲੱਗਿਆ ਵੀ ਦੇਖ ਗੁਰੂ ਜੀ ਤਾਂ ਸਾਨੂੰ ਪ੍ਰਾਣਾਂ ਤੋਂ ਵੀ ਪਿਆਰੇ ਹਨ। ਜਿਵੇਂ ਪ੍ਰਾਣ ਹਰੇਕ ਨੂੰ ਪਿਆਰੇ ਹੁੰਦੇ ਨੇ, ਇਸੇ ਤਰ੍ਹਾਂ ਅਸੀਂ ਤਾਂ ਗੁਰੂ ਜੀ ਨੂੰ ਨਾ ਆਪਣੇ ਪਾਸ ਪ੍ਰਾਣਾਂ ਦੇ ਸਮਾਨ ਰੱਖਿਆ ਹੋਇਆ ਹੈ। ਕਿਮ ਦਹਿ ਤੁਝ ਮਰੀ ਨਾ ਮਾਰੀ, ਡੱਲਾ ਚੌਧਰੀ ਨੇ ਖਰਾ ਜਵਾਬ ਲੈ ਕੇ ਭੇਜਿਆ ਵੀ ਬਿਨਾ ਮਰੇ ਔਰ ਮਾਰੇ ਤੋਂ ਅਸੀਂ ਕਦੇ ਵੀ ਗੁਰੂ ਜੀ ਨੂੰ ਪਕੜਾ ਕਰਕੇ ਤੇਰੇ ਪਾਸ ਕਿਵੇਂ ਭੇਜ ਸਕਦੇ ਆ। ਜੇਕਰ ਚਮੋ ਘਨੀ ਪੁਨ ਆਵੇ, ਜੇ ਤੇਰੀ ਬਹੁਤ ਸਾਰੀ ਸੈਨਾ ਸਾਡੇ ਉੱਪਰ ਚੜ ਕੇ ਵੀ ਆ ਜਾਏਗੀ, ਮਾਰ ਕਿਤਕ ਹਮ ਤਜਪੁਰ ਜਾਵੇ, ਅਸੀਂ ਤਾਂ ਤੇਰੇ ਆ ਫੌਜਾਂ ਤੇਰੇ ਜਵਾਨਾਂ ਦਾ ਬੜਾ ਨੁਕਸਾਨ ਕਰਕੇ ਫਿਰ ਅੱਗੇ ਔਰ ਬਿਆਬਾਨਾ ਜੰਗਲਾਂ ਦੇ ਵੱਲ ਚਲੇ ਜਾਵਾਂਗੇ। ਜਾਹੀ ਪਰਵਿਸ਼ ਹੈ ਜੰਗਲ ਮਾਹੀ, ਜੇ ਤੂੰ ਸੈਨਾ ਭੇਜ ਵੀ ਦਿੱਤੀ ਤਾਂ ਵੀ ਕੋਈ ਗੱਲ ਨਹੀਂ, ਬਿਨਾ ਮਰੇ ਮਾਰੇ ਤੋਂ ਬਗੈਰ ਅਸੀਂ ਕਦੇ ਵੀ ਗੁਰੂ ਜੀ ਨੂੰ ਤੇਰੇ ਹਵਾਲੇ ਕਦੇ ਵੀ ਨਹੀਂ
ਕਰ ਸਕਦੇ ਹਾਂ। ਜਹਾਂ ਨੀਰ ਹੋਏ ਪ੍ਰਾਪਤ ਨਾਹੀ। ਡੱਲਾ ਚੌਧਰੀ ਨੇ ਜਵਾਬ ਲਿਖਿਆ ਵੀ ਜਿੱਥੇ ਕਿਸੇ ਨੂੰ ਇੱਕ ਘੁੱਟ ਪੀਣ ਵਾਸਤੇ ਪਾਣੀ ਦੀ ਨਹੀਂ ਮਿਲਦੀ, ਅਸੀਂ ਤਾਂ ਜੰਗਲ ਦੇ ਭੇਤੀਆਂ ਪਰਿਵਾਰ ਲੈ ਕਰਕੇ ਅੱਗੇ ਨੂੰ ਨਿਕਲ ਜਾਣਾ ਹੈ। ਗੁਰ ਕੀ ਸੰਗ ਰਹੇਂਗੇ ਸਦਾ। ਪਰ ਅਸੀਂ ਹਰ ਵਕਤ ਗੁਰੂ ਜੀ ਦੇ ਨਾਲ ਹੀ ਰਹਿਣਾ ਹੈ। ਤੇਰੋ ਹੁਕਮ ਕਰਹਿੰਗੇ ਅਦਾ। ਆ ਤੇਰਾ ਹੁਕਮ ਤਾਂ ਅਸੀਂ ਕਦੇ ਵੀ ਮੰਨ ਨਹੀਂ ਸਕਦੇ ਹਾਂ। ਹਿਮ ਲਿਖ ਪਠਿਓ ਸੁਣਤ ਦੁਖ ਪਾਇਓ। ਜਦੋਂ ਖਰਾ ਜਵਾਬ ਡੱਲੇ ਚੌਧਰੀ ਨੇ ਵੀ ਆਪਣੇ ਵੱਲੋਂ ਲੈ ਕੇ ਭੇਜ ਦਿੱਤਾ। ਸੁਣ ਕਰਕੇ ਵਜੀਦਾ ਮਨ ਦੇ ਵਿੱਚ ਬੜਾ ਦੁਖੀ ਹੋ ਗਿਆ ਸੀ ਵੀ ਤਾਂ ਸਾਰੇ ਦੇਖੋ ਗੁਰੂ ਜੀ ਦੀ ਸੇਵਾ ਦੇ ਵਿੱਚ ਜੁਟੇ ਪਏ ਹਨ। ਮਹਾ ਮੂੜ ਕੋ ਬਸ ਨਾ ਬਸਾਇਓ। ਇਸ ਮੂਰਖ ਪਾਪੀ ਦੁਸ਼ਟ ਦਾ ਕੋਈ ਵੀ ਜ਼ੋਰ ਮਹਾਰਾਜ ਦੇ ਉੱਪਰ ਕੀ ਚੱਲਣਾ ਹੈ। ਬਥੇਰਾ ਜ਼ੋਰ ਬਲ ਲਗਾਉਂਦਾ ਹੈ ਪਰ ਇਹਦਾ ਕੋਈ ਚਾਰਾ ਨਹੀਂ ਚੱਲਦਾ ਸੀ। ਦੋਹਰਾ ਇੱਕ ਦਿਨ ਡੱਲੇ ਸੋ ਕਹਿਓ ਹਮਰੀ ਚਾਹੇ ਮਹਾਨ। ਇੱਕ ਦਿਨ ਦਾ ਜ਼ਿਕਰ ਸਤਿਗੁਰੂ ਜੀ ਆਪਣੀ ਮੌਤ ਦੇ ਵਿੱਚ ਆ ਕੇ ਭਾਈ ਡੱਲੇ ਚੌਧਰੀ ਨੂੰ ਕਹਿਣ ਲੱਗੇ ਸੀ। ਦੁਰਗ ਬਠਿੰਡੇ ਕੋ ਪਿਖੈ ਵੱਡੋ ਲਰਨ ਕੋ ਥਾਨ। ਮਹਾਰਾਜ ਨੇ ਬਚਨ ਕੀਤਾ ਭਾਈ ਡੱਲਾ ਚੌਧਰੀ ਵੀ ਅਸੀਂ ਜਿਹੜਾ ਬਠਿੰਡੇ ਦਾ ਬਹੁਤ ਵੱਡਾ ਕਿਲਾ ਬਣਿਆ ਹੋਇਆ ਹੈ ਉਹਨੂੰ ਦੇਖਣਾ ਚਾਹੁੰਦੇ ਆ, ਜਿਹਦੀਆਂ ਕੰਧਾਂ ਵੀ ਇਹ ਮੀਟਰਾਂ ਦੇ ਹਿਸਾਬ ਦੇ ਨਾਲ ਬਹੁਤ ਚੌੜੀਆਂ ਚੌੜੀਆਂ ਬੜੀਆਂ ਜਿਹੜੀਆਂ ਮਜ਼ਬੂਤ ਬਣੀਆਂ ਹੋਈਆਂ ਹਨ। ਆ ਲਾਹੌਰ ਦਾ ਕਿਲਾ ਹੋਇਆ, ਚਿਤੌੜਗੜ੍ਹ ਦਾ ਕਿਲਾ, ਇਹ ਬਠਿੰਡੇ ਦਾ ਕਿਲਾ, ਬਹੁਤ ਵੱਡੇ ਵੱਡੇ ਕਾਫੀ ਏਰੀਆ ਦੇ ਵਿੱਚ ਰਾਜੇ ਮਹਾਰਾਜਿਆਂ ਨੇ ਆਪਣੀ ਹਿਫਾਜ਼ਤ ਦੇ ਲਈ ਕਿਲੇ ਬਣਾਏ ਹੋਏ ਸੀ। ਮਹਾਰਾਜ ਕਹਿਣ ਲੱਗੇ ਭਾਈ ਡੱਲਾ ਚੌਧਰੀ ਵੀ ਅਸੀਂ ਜਿਹੜਾ ਬਠਿੰਡੇ ਦਾ ਬਹੁਤ ਵੱਡਾ ਕਿਲਾ ਨਾ ਉਹਨੂੰ ਜੰਗ ਕਰਨ ਦੇ ਲਈ ਦੇਖਣਾ ਚਾਹੁੰਦੇ ਆ। ਚੌਪਈ ਕੇਤਕ ਦਿਨ ਇਹ ਤੋਤ ਵਿੱਚ ਰਹਿ। ਕੁਝ ਕੁ ਦਿਨ ਅਸੀਂ ਹੋਰ ਇਸ ਮਾਲਵੇ ਦੇ ਇਲਾਕੇ ਦੇ ਵਿੱਚ ਮਨੋਰਥ ਸਤਿਗੁਰੂ ਜੀ ਦਾ ਸਾਰਿਆਂ ਨਾਲੋਂ ਵੱਡਾ ਇਹੀ ਹੈ। ਪਿੰਡਾਂ ਨਗਰਾਂ ਦੇ ਵਿੱਚ ਵਿਚਰ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਗੁਰਸਿੱਖੀ ਦਾ ਜਿਹੜਾ ਪ੍ਰਚਾਰ ਵੀ ਕਰਨਾ ਚਾਹੁੰਦੇ ਹਨ। ਤੀਰਥ ਉਦਮ ਸਤਿਗੁਰੂ ਕੀਆ ਸਭ ਲੋਕ ਉਦਰਨ ਅਰਥਾ। ਜਿੱਥੇ ਜਿੱਥੇ ਵੀ ਮਹਾਰਾਜ ਨੇ ਪਿੰਡਾਂ ਜਾਂ ਨਗਰਾਂ ਦੇ ਵਿੱਚ ਆਪਣੇ ਚਰਨ ਪਾ ਦੇਣੇ ਹਨ, ਉੱਥੇ ਪਤਾ ਨਹੀਂ ਕਿਤਨੇ ਜੀਵਾਂ ਦੀ ਕਲਿਆਣ ਹੋ ਜਾਣੀ ਹੈ। ਜਿੱਥੇ ਜਿੱਥੇ ਵੀ ਮਹਾਰਾਜ ਨੇ ਡੇਰੇ ਲਗਾਏ ਸਨ ਸਾਬੋ ਕੀ ਤਲਵੰਡੀ, ਉੱਥੇ ਵੀ ਹਰੇਕ ਸਾਲ ਕਿਤਨੇ ਵੱਡੇ ਵੱਡੇ ਮਹਾਨ ਜੋੜ ਮੇਲੇ ਸੰਗਤਾਂ ਵਰਤਮਾਨ ਸਮੇਂ ਦੇ ਵਿੱਚ ਵੀ ਮਨਾਉਂਦੀਆਂ ਹਨ। ਇੱਥੇ ਦਾ ਭਾਵੇਂ ਕਵੀ ਜੀ ਨੇ ਇਸ ਵਾਰਤਾ ਦਾ ਜ਼ਿਕਰ ਨਹੀਂ ਕੀਤਾ, ਪਰ ਜਿਹੜੇ ਬਾਅਦ ਦੇ ਵਿੱਚ ਇਹੋ ਜਿਹੇ ਇਤਿਹਾਸਕਾਰ ਲਿਖਾਰੀ ਹੋਏ ਹਨ ਉਹਨਾਂ ਨੇ ਇਹ ਵਾਰਤਾ ਆਪਣੇ ਵੱਲੋਂ ਕਥਨ ਕੀਤੀ ਹੈ ਵੀ ਪਹਿਲਾਂ ਸਤਿਗੁਰੂ ਜੀ ਨੇ ਖਾਲਸੇ ਦੀ ਸਿਰਜਣਾ ਮੌਕੇ ਖੰਡੇ ਬਾਟੇ ਦਾ ਅੰਮ੍ਰਿਤ ਕੇਸਗੜ੍ਹ ਦੀ ਪਾਵਨ ਧਰਤੀ 'ਤੇ ਛਕਾਇਆ ਅਤੇ ਦੂਜੀ ਵਾਰ ਫਿਰ ਬਹੁਤ ਭਾਰੀ ਗਿਣਤੀ 'ਚ ਸੰਗਤਾਂ ਨੂੰ ਮਹਾਰਾਜ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਬੜੇ ਹੀ ਗੁਰ ਸਿੱਖਾਂ ਨੂੰ ਇਹ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਸੀ। ਹੁਣ ਜਿਸ ਪ੍ਰਕਾਰ ਸਤਿਗੁਰੂ ਜੀ ਨੇ ਬਠਿੰਡੇ ਵੱਲ ਜਾਣਾ ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼
ਉਹਦੇ ਦਰਸ਼ਨਾਂ ਦੁਆਰਾ ਬੜ ਭਾਗੇ ਗੁਰ ਸਿੱਖਾ ਤਾਈ ਨੇ ਹਾਲ ਕਰ ਰਹੇ ਨੇ। ਕੀਤਕ ਦਿਨ ਇਤੋਤ ਵਿਚ ਰਹਿ ਸਹਿਜ ਸੁਭਾਇਕ ਪੁਨ ਚਲ ਹੈ। ਕੀਤਕ ਦਿਨ ਇਤੋਤ ਵਿਚ ਰਹਿ ਸਹਿਜ ਸੁਭਾਇਕ ਪੁਨ ਚਲ ਹੈ। ਏ ਚੌਥੇ ਪਾਰ ਬ੍ਰਹਮ ਅਬਨਾਸੀ ਅਗਨਾਸ